ਕੀ ਇੰਡਸਟਰੀ 'ਤੇ ਪ੍ਰਭਾਵ ਪਿਆ, ਖਾਸ ਕਰਕੇ ਤੁਹਾਡੇ 'ਚ ਲੋਹਾ ਵੀ ਲੱਗਦਾ ਹੈ, ਉਹ ਵੀ ਧਾਤ ਜਿਹੜੀ ਹੈ ਇਸ ਚੀਜ਼। ਦੇਖੋ, ਜਦੋਂ ਵੀ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਚਾਹੇ ਉਹ ਡੋਮੈਸਟਿਕ ਹੋਵੇ ਚਾਹੇ ਉਹ ਇੰਟਰਨੈਸ਼ਨਲ ਹੋਵੇ, ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਵਰਲਡ ਵਾਈਡ ਪੈਂਦਾ ਹੈ। ਉਹਦਾ ਨਤੀਜਾ ਤੁਸੀਂ ਦੇਖ ਲਿਆ ਹੋਣਾ ਵੀ ਜਦੋਂ ਤਾਂ ਇਹ ਕੌਨਫਲਿਕਟ ਦਾ ਚੱਲ ਰਿਹਾ ਸੀ 4-5-6 ਦਿਨ ਤੋਂ, ਜਿੱਦਾਂ ਸ਼ੇਅਰ ਬਾਜ਼ਾਰ ਵੀ ਡੇਲੀ ਜਿਹੜਾ ਹੈਗਾ ਡਾਊਨ ਹੋ ਰਿਹਾ ਸੀਗਾ, ਔਰ ਉਹਦਾ ਹੀ ਨਤੀਜਾ ਸੀ ਵੀ ਕਿਉਂਕਿ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ, ਉਹ ਕੰਟਰੀ ਲੱਖਾਂ ਡਾਲਰ ਦਾ ਮਾਲ ਇੰਪੋਰਟ ਕਰਦੀ ਹੈ ਔਰ ਲੱਖਾਂ ਡਾਲਰ ਦਾ ਮਾਲ ਐਕਸਪੋਰਟ ਹੁੰਦਾ ਹੈ। ਕਿਸੇ ਵੀ ਕੰਟਰੀ ਕੋਲ ਇੱਦਾਂ ਦੀ ਚੀਜ਼ ਹੈ ਨਹੀਂ ਵੀ ਉਹ ਜਿਹੜੀ ਸੈਲਫ ਸਫੀਸ਼ੈਂਟ ਹਰ ਚੀਜ਼ ਦੇ ਵਿੱਚ ਹੋਵੇ। ਔਰ ਸਾਡਾ ਜਿੱਦਾਂ ਆਪਣਾ ਇੰਡੀਆ ਦਾ ਅਤੇ ਰਸ਼ੀਆ ਦਾ ਜਾਂ ਯੂਕਰੇਨ ਦਾ ਆਪਾਂ ਕਰੀਏ ਗੱਲਾਂ, ਹੌਜ਼ਰੀ, ਮਿਨਰਲਸ, ਇਹ ਬਹੁਤ ਜ਼ਿਆਦਾ ਜਿਹੜਾ ਅਸੀਂ ਇੰਪੋਰਟ ਕਰਦੇ ਹਾਂ ਉਸ ਮਿਨਰਲਸ, ਔਰ ਹੌਜ਼ਰੀ ਵਗੈਰਾ ਜਾਂ ਜਿਹੜੀਆਂ ਬਾਕੀ ਸਾਡੀਆਂ ਹੈਂਡ ਟੂਲਸ ਆ, ਇਹ ਸਾਰੇ ਬਹੁਤ ਜ਼ਿਆਦਾ ਐਕਸਪੋਰਟ ਵੀ ਹੁੰਦੇ ਆ। ਔਰ ਲੱਖਾਂ ਡਾਲਰ ਦੇ ਵਿੱਚ, ਇਹ ਵੀ 1 ਲੱਖ ਦਾ 2 ਲੱਖ ਡਾਲਰ ਨਹੀਂ, ਹਜ਼ਾਰਾਂ ਜਾਣੀ ਕਿ 700-700 800-800 ਹਜ਼ਾਰ ਡਾਲਰ ਦਾ ਇਹ ਜਿਹੜਾ ਹੈਗੀ ਟਰੇਡਾਂ ਹੁੰਦੀਆਂ ਹਰ ਮਹੀਨੇ ਦੀਆਂ ਜਿਹੜੀਆਂ ਆਪਾਂ ਕਰਦੇ ਹਾਂ। ਹੁਣ ਇਹਦਾ ਸਭ ਤੋਂ ਪਹਿਲਾ ਇੰਪੈਕਟ ਜਿਹੜਾ ਕੱਲ੍ਹ ਜਦੋਂ ਜੇ ਯੁੱਧ ਛਿੜਿਆ ਉਹਦਾ ਇਹ ਆਇਆ ਵੀ ਮਾਰਕੀਟ ਦੇ ਵਿੱਚ ਜਿੰਨੇ ਜਿੱਦਾਂ ਨਿਕਲ ਵਗੈਰਾ ਜਿਹੜੇ ਸਾਡੇ ਐਨੋਡ ਵਗੈਰਾ ਜਿੰਨੀਆਂ ਚੀਜ਼ਾਂ, ਇਹ ਸਾਰਾ ਇੱਕਦਮ ਹੀ ਅੱਪ ਆ ਗਏ। ਚਾਹੇ ਉਹ ਵਾਲੇ ਲੋਕਾਂ ਦੇ ਕੋਲ ਸਟਾਕ 'ਚ ਪਏ ਸੀਗੇ, ਪਰ ਉਹਨਾਂ ਨੂੰ ਇਹ ਪਤਾ ਵੀ ਹੁਣ ਅੱਗੇ ਉਹ ਜਿਹੜੀ ਸਪਲਾਈ ਲਾਈਨ ਆ ਉਹ ਟੁੱਟ ਜਾਣੀ ਆ। ਜੇ ਟੁੱਟੇਗੀ ਤਾਂ ਨੈਚੁਰਲੀ ਮਾਰਕੀਟ 'ਚ ਸਕੇਰਸਿਟੀ ਆ ਜਾਏਗੀ, ਸ਼ਾਰਟੇਜ ਆ ਜਾਏਗੀ ਅਤੇ ਇਹ ਫੈਨਾਮੇਨਾ ਹੀ ਆ ਵੀ ਜਦੋਂ ਕਿਸੇ ਚੀਜ਼ ਦੀ ਸ਼ਾਰਟੇਜ ਆਉਣ ਦੀ ਸੰਭਾਵਨਾ ਹੁੰਦੀ ਆ ਅਤੇ ਰੇਟ ਇੱਕਦਮ ਉਛਾਲ ਖਾ ਜਾਂਦੇ ਆ। ਔਰ ਜਿਸ ਬੰਦੇ ਦੀ ਥੋੜ੍ਹੀ ਬਹੁਤੀ ਜਿੱਦਾਂ ਕਿਸੇ ਕੋਲ 500 ਕਿਲੋ ਦੇ ਮਹੀਨੇ ਦਾ ਲੱਗਦਾ, ਅਤੇ ਉਹਨੂੰ ਵੀ ਹੋ ਜਾਂਦਾ ਪਤਾ ਨਹੀਂ ਯਾਰ ਹੁਣ ਪਤਾ ਨਹੀਂ 15 ਦਿਨ ਜਾਂ 2 ਮਹੀਨੇ ਅੱਗੇ ਕੀ ਹੋਣਾ, ਆਪਾਂ ਪਹਿਲਾਂ 1 ਟਨ ਲੈ ਕੇ ਰੱਖ ਲਓ। ਲੋਕ ਜ਼ਿਆਦਾ ਬਾਏ ਕਰਨ ਲੱਗ ਜਾਂਦੇ, ਉਹਦੇ ਨਾਲ ਮਾਰਕੀਟ 'ਚ ਪੈਨਿਕ ਹੋ ਜਾਂਦਾ। ਹੁਣ ਇਸ ਕਰਕੇ ਅੱਜ ਦੇ ਦਿਨ ਜਿਹੜੀ ਮਾਰਕੀਟ ਹੈਗੀ ਆ, ਕੋਵਿਡ ਤੋਂ ਹਾਲੇ ਅਸੀਂ ਉੱਠੇ ਨਹੀਂ ਸੀਗੇ। ਕੋਵਿਡ ਨੇ ਸਾਨੂੰ ਇੰਨਾ ਕਿ ਇੰਡਸਟਰੀ ਨੂੰ ਮਾਰਿਆ ਪਿਆ। ਅੱਜ ਇੰਡਸਟਰੀ 50 ਤੋਂ ਲੈ ਕੇ 60% ਪ੍ਰੋਡਕਸ਼ਨ ਦੇ ਉੱਤੇ ਚੱਲਦੀ ਪਈ ਹੈ। ਮੈਂ ਗੱਲ ਕਰ ਰਿਹਾ ਖਾਸ ਸਾਈਕਲ ਇੰਡਸਟਰੀ ਜਾਂ ਤਾਂ ਜਿਹੜੇ ਮੇਨ ਸਾਈਕਲ ਪ੍ਰੋਡਿਊਸਰ ਹੈ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਊਨ ਨੇ, ਔਰ ਜਿਹੜੇ ਸਪੇਅਰ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਊਨ ਨੇ। ਉੱਪਰੋਂ ਜਦੋਂ ਇਹ ਚੀਜ਼ ਆ ਗਈ ਵੀ ਮਾਲ ਮਹਿੰਗੇ ਹੋ ਗਏ, ਹੁਣ ਉਹਨੂੰ ਅੱਗੇ ਅਸੀਂ ਕਿੱਦਾਂ ਕਵਰ ਕਰਨਾ, ਉਹ ਬਿਲਕੁਲ ਹੀ ਹੋਰ ਔਖਾ ਹੋ ਜਾਣਾ। ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਆਪਣੇ ਆਪ ਨੂੰ ਬਚਾਈਏ ਕਿੱਦਾਂ, ਇੰਡਸਟਰੀ ਚਲਾਈਏ ਕਿੱਦਾਂ। ਸਰਕਾਰਾਂ ਜਿਹੜੀਆਂ ਹੈਗੀਆਂ ਉਹਦਾ ਜਿਹੜੇ ਧਿਆਨ ਹੈਗਾ ਇੰਡਸਟਰੀ ਵੱਲ ਬਿਲਕੁਲ ਹੈ ਨਹੀਂ ਗੇ। ਆਪਾਂ ਜੇ ਕਹੀਏ, ਤੁਸੀਂ ਬਜਟ ਵੀ ਦੇਖਿਆ ਹੋਊਗਾ, ਬਜਟ ਦੇ ਵਿੱਚ ਵੀ ਇਹ ਹੈ ਵੀ ਕੋਈ ਇੱਦਾਂ ਦੀ ਚੀਜ਼ ਜਿਹੜੀ MSME ਸੈਕਟਰ ਵਾਸਤੇ ਚਾਹੀਦੀ ਸੀ ਉਹ ਨਹੀਂ ਕੀਤੀ ਗਈ। ਪਰ ਉੱਤੋਂ ਜਦੋਂ ਹੁਣ ਆਹ ਚੀਜ਼ ਇੱਕ ਐਡੀ ਵੱਡੀ ਹੋ ਗਈ ਆ, ਸਾਰੇ ਵਰਲਡ ਦੇ ਬੰਦੇ ਉਹਨਾਂ ਨੂੰ ਰਿਕੁਐਸਟ ਕਰ ਰਹੇ ਸੀ ਵੀ ਤੁਸੀਂ ਇਹ ਸਟੈਪ ਨਾ ਲਓ, ਅਤੇ ਇਹ ਬੈਠ ਕੇ ਜਿਹੜਾ ਹੈਗਾ ਕੋਈ ਜਿਹੜਾ ਮੁੱਦਾ ਹੈਗਾ ਇਹਨੂੰ ਸੁਲਝਾ ਲਓ। ਪਰ ਨਹੀਂ, ਉਹਦਾ ਅਰਥ ਅੱਜ ਇਹ ਹੋ ਰਿਹਾ ਵੀ ਅੱਜ ਇੰਡਸਟਰੀ ਨੂੰ ਪਰੇਸ਼ਾਨੀ ਹੋ ਜਾਏਗੀ। ਕੰਟੇਨਰ ਸਰਵਿਸ ਜਿਹੜੀ ਸਾਡੀ ਜਿੱਦਾਂ ਬਾਹਰ ਆਉਂਦੇ ਜਾਂਦੇ ਸੀ ਉਹ ਸਾਰੇ ਰੁਕ ਜਾਣੇ ਆ, ਕਿਉਂਕਿ ਸ਼ਿਪਿੰਗ ਲਾਈਨਾਂ ਬੰਦ ਹੋ ਜਾਣੀਆਂ, ਜਿਹੜੀਆਂ ਕੰਟਰੀ ਤੋਂ ਮਾਲ ਆਉਂਦੇ ਸੀ ਉਹ ਬੰਦ ਹੋ ਜਾਣੇ ਆ, ਉਹਦੇ ਕਰਕੇ ਸਾਰਾ ਰੁਕੇਗਾ। ਔਰ ਜਿੰਨੇ ਅੱਗੇ ਥੋੜ੍ਹਾ ਜਿਹਾ ਸਸਤੇ ਹੋਏ ਸੀ ਕੰਟੇਨਰ, ਉਹ ਦੁਬਾਰਾ ਸਾਨੂੰ ਲੱਗਦਾ ਫਿਰ ਉਹੀ 17 ਹਜ਼ਾਰ ਡਾਲਰ 'ਤੇ ਪਹੁੰਚ ਜਾਏਗਾ, ਜਿਹੜਾ 4 ਹਜ਼ਾਰ ਡਾਲਰ ਦਾ ਕੰਟੇਨਰ ਅਸੀਂ ਪਹਿਲਾਂ ਲੈਂਦੇ ਸੀ। ਹੁਣ ਥੋੜ੍ਹਾ ਜਿਹਾ ਈਜ਼ ਹੋ ਕੇ 10-11 ਹਜ਼ਾਰ 'ਤੇ ਉਹ ਆਇਆ ਸੀਗਾ। ਹੁਣ ਇਸ ਕੰਪਲੈਕਟ ਦੇ ਨਾਲ ਲੱਗਦਾ ਵੀ ਉਹ ਦੁਬਾਰਾ ਫਿਰ ਉੱਥੇ ਹੀ ਹੋ ਜਾਏਗਾ। ਔਰ ਇਹ ਇੰਡਸਟਰੀ ਵਾਸਤੇ ਜਿਹੜਾ ਹੈਗਾ ਬਹੁਤ ਹੀ ਮੱਧ ਭਾਗਾ ਜਾਂ ਕਹਿ ਦਿਓ ਜਾਂ ਕਹਿੰਦੇ ਬਹੁਤ ਦੁੱਖ ਵਾਲਾ ਸਮਾਂ ਹੈ। ਇਸ ਵੇਲੇ ਇੰਡਸਟਰੀ ਇੰਨੇ ਕੁ ਪ੍ਰੋਬਲਮ 'ਚ ਆਈ ਪਈ ਆ ਵੀ ਅਸੀਂ ਸੋਚਦੇ ਹਾਂ ਅਸੀਂ ਕਿੱਦਾਂ ਚਲਾਈਏ ਅਤੇ ਸਰਵਾਈਵ ਕਿੱਦਾਂ ਕਰੀਏ, ਸਾਨੂੰ ਇਹ ਸਮਝ ਨਹੀਂ ਆ ਰਹੀ। ਸਰ ਕੋਈ ਪੈਸੇ ਪੂਸੇ ਵੀ ਫਸੇ ਹੋਏ ਆ, ਕੋਈ ਕੰਪਨੀਆਂ ਦੇ ਨਾਲ ਜਿਵੇਂ ਟਾਈ ਅਪ ਹੁੰਦੇ ਆ? ਦੇਖੋ, ਇਹ ਤਾਂ ਤੁਹਾਡਾ ਹੁੰਦਾ ਹੀ ਹੈ। ਕਿਸੇ ਵੀ ਕੰਪਨੀ ਨਾਲ ਜਿਹਦੇ ਨਾਲ ਤੁਸੀਂ ਐਕਸਪੋਰਟ ਕਰਦੇ ਹੋ, ਜਾਂ ਤੁਹਾਡੇ ਨਾਲ ਉਹਨਾਂ ਦਾ ਜਾਂ ਤਾਂ LC ਦਾ ਸਿਸਟਮ ਹੁੰਦਾ ਵੀ ਉਹ LC ਤੁਹਾਡੇ ਬੈਂਕ 'ਚ ਖੋਲ੍ਹ ਦਿੰਦੇ ਤਾਂ ਤੁਸੀਂ ਮਾਲ ਦਿੰਦੇ ਹੋ, ਜਾਂ ਜਿਹੜਾ ਕੰਪਨੀ ਦੇ ਨਾਲ ਤੁਹਾਡਾ ਲੌਂਗ ਰਨ ਤੋਂ ਬਿਜ਼ਨਸ ਚੱਲਦਾ ਹੁੰਦਾ ਆ, ਉਹਦੇ ਨਾਲ ਫਿਰ ਤੁਹਾਡਾ ਇੱਕ ਸਿਸਟਮ ਬਣਿਆ ਹੁੰਦਾ, ਤੁਸੀਂ ਮਾਲ ਰੂਟੀਨ 'ਚ ਭੇਜੀ ਜਾਂਦੇ ਹੋ, ਉਹ ਰੂਟੀਨ 'ਚ ਤੁਹਾਨੂੰ ਪੇਮੈਂਟ ਦੇ ਹੀ ਜਾਂਦੇ ਹੁੰਦੇ। ਪਰ ਜਦੋਂ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ, ਆਪਾਂ ਦੇਖਿਆ ਕੋਵਿਡ 'ਚ ਆਮ ਸਾਨੂੰ ਕੀ ਕਹਿੰਦੇ ਸੀ ਬੰਦੇ, ਉਹ ਜੀ ਬੈਂਕ ਬੰਦ ਨੇ ਜਾਂ ਜੀ ਪਿੱਛੋਂ ਪੇਮੈਂਟ ਸਾਨੂੰ ਆ ਨਹੀਂ ਰਹੀਆਂ, ਆਉਣਗੀਆਂ ਤਾਂ ਅਸੀਂ ਤੁਹਾਨੂੰ ਅੱਗੇ ਭੇਜਾਂਗੇ।
ਕਿਉਂਕਿ ਜਿਹੜੀਆਂ ਪੇਮੈਂਟਾਂ 2 ਮਹੀਨੇ ਜਾਂ 3 ਮਹੀਨੇ ਦਾ ਚੱਲਦਾ ਸੀ ਉਹ 6-6 ਮਹੀਨੇ ਤੱਕ ਹੋ ਗਈਆਂ ਲੋਕਾਂ ਦੀਆਂ। ਅਤੇ ਥੋੜ੍ਹਾ ਜਿਹਾ ਹੁਣ ਈਜ਼ ਹੋਣਾ ਸ਼ੁਰੂ ਸੀ, ਹੁਣ ਇੱਦਾਂ ਹੀ ਐਕਸਪੋਰਟ ਹੋਣਾ। ਜਦ ਉਹਨਾਂ ਦੇ ਉੱਥੇ ਵਾਰ ਲੱਗੀ ਹੋਈ ਆ, ਉਹਨਾਂ ਦੀ ਇੰਪੋਰਟ ਐਕਸਪੋਰਟ ਹੋ ਜਾਣੀ। ਇਸ ਵੇਲੇ ਨਾ ਤਾਂ ਉੱਥੇ ਉਹਨਾਂ ਦੇ ਮਾਲ ਵਿਕਣੇ ਆ, ਕਿਉਂਕਿ ਹਰ ਬੰਦੇ ਨੂੰ ਤਾਂ ਆਪਣੀ ਜਾਨ ਦੀ ਪਈ ਹੋਈ ਹੋਣੀ ਆ ਵੀ ਮੇਰੀ ਆਪਣੀ ਜਾਨ ਕਿੱਦਾਂ ਮੈਂ ਬਚਾਉਣੀ ਆ। ਉਹਨੂੰ ਕੰਮ 'ਚ ਚਲਾਉਣ ਦੀ ਨਹੀਂ ਵੀ ਮੈਂ ਹੁਣ ਮੇਰੀ ਦੁਕਾਨ ਖੋਲ੍ਹ ਕੇ ਮੈਂ ਸਮਾਨ ਵੇਚਾਂ ਜਾਂ ਕੱਪੜੇ ਵੇਚਾਂ ਜਾਂ ਵੇਚਾਂ। ਉਹਨੂੰ ਤਾਂ ਇਹ ਡਰ ਲੱਗਿਆ ਰਹਿਣਾ ਵੀ ਕਿਸੇ ਵੇਲੇ ਵੀ ਛੱਲ ਮੇਰੇ 'ਤੇ ਨਾ ਕੇ ਡਿੱਗ ਪਵੇ, ਮੈਂ ਆਪਣੀ ਜਾਨ ਪਹਿਲਾਂ ਬਚਾਵਾਂ, ਦੁਕਾਨ ਬਾਅਦ 'ਚ ਚੱਲਦੀ ਹੋਊਗੀ। ਕਿਹਾ ਜਾ ਰਿਹਾ ਕੋਈ ਯੂਕਰੇਨ ਦੇ ਵਿੱਚ ਆਪਣੇ ਭਾਰਤੀ ਵਪਾਰੀ ਵੀ ਗਏ ਹੋਏ ਸੀਗੇ, ਜਿਹੜੇ ਇੰਡਸਟਰੀਲਿਸਟ, ਉਹ ਵੀ ਕਿਤੇ ਨਾ ਕਿਤੇ। ਦੇਖੋ ਉੱਥੇ ਆਪਣੇ ਵਪਾਰੀ ਵੀ ਗਏ ਹੋਏ ਆ, ਆਪਣੇ ਬੱਚੇ ਵੀ ਬਹੁਤ ਗਏ ਹੋਏ ਆ ਜਿਹੜੇ ਪੜ੍ਹਨ ਜਾਂਦੇ। ਯੂਕਰੇਨ ਦੇ ਵਿੱਚ ਮੈਡੀਕਲ ਕਰਨ ਵਾਸਤੇ ਬਹੁਤ ਬੱਚੇ ਜਾਂਦੇ ਆ। ਹਿੰਦੁਸਤਾਨ ਦੇ ਵਿੱਚੋਂ ਪਹਿਲਾਂ ਜਦੋਂ ਸੀ ਨਾ, ਇੱਥੇ ਜਿਹੜੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਨਹੀਂ ਨਾ ਮਿਲਦੀ, ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਯੂਕਰੇਨ ਜਾਂਦੇ ਆ ਐਡਮਿਸ਼ਨ ਲੈਣ ਵਾਸਤੇ, ਮੈਡੀਕਲ ਕਰਨ ਵਾਸਤੇ। ਅਤੇ ਉਹ ਹੁਣ ਬੱਚੇ ਉੱਥੇ ਫਸੇ ਹੋਏ ਆ। 2-3 ਦਿਨ ਤੋਂ ਆਪਾਂ ਟੀ ਵੀ 'ਤੇ ਦੇਖ ਵੀ ਰਹੇ ਹਾਂ। ਕਈ ਅੱਜ ਮੈਂ ਸਵੇਰੇ ਵੀ ਦੇਖ ਰਿਹਾ ਸੀ, ਉਹ ਬੱਚੇ ਕਹਿੰਦੇ ਜੀ ਅਸੀਂ ਬੇਸਮੈਂਟ ਦੇ ਵਿੱਚ ਬੜੇ ਹੋਏ ਹਾਂ, ਵੀ ਸਾਨੂੰ ਤੁਸੀਂ ਕਿਸੇ ਤਰ੍ਹਾਂ ਇੱਥੋਂ ਕੱਢਣ ਦਾ ਇੰਤਜ਼ਾਮ ਕਰੋ। ਕਿ ਕੱਲ੍ਹ ਜਦੋਂ ਲੜਾਈ ਸ਼ੁਰੂ ਹੋਈ ਸੀ, ਉਸ ਵੇਲੇ ਵੀ ਇੱਥੋਂ ਇੰਡੀਆ ਤੋਂ ਇੱਕ ਪਲੇਨ ਜਾ ਰਿਹਾ ਸੀਗਾ ਏਅਰ ਇੰਡੀਆ ਦਾ, ਜਿਹੜਾ ਉਹਨਾਂ ਨੂੰ ਪਿਕ ਕਰਨ ਵਾਸਤੇ, ਪਰ ਉਹ ਉਹਨਾਂ ਨੂੰ ਵਾਪਸ ਕਰਨਾ ਪਿਆ ਕਿਉਂਕਿ ਉੱਥੇ ਜਦੋਂ ਵਾਰ ਡਿਕਲੇਅਰ ਹੋ ਗਈ, ਉਹ ਵਿੱਚੋਂ ਰਾਹ 'ਚੋਂ ਹੀ ਉਹਨੂੰ ਵਾਪਸ ਆਉਣਾ ਪਿਆ ਪਲੇਨ। ਹੁਣ ਕਿੱਦਾਂ ਅੱਗੇ ਸਰਕਾਰ ਕਰ ਰਹੀ ਆ, ਗੌਰਮੈਂਟ ਆਪਣੀ ਲੱਗੀ ਆ। ਉਹਨਾਂ ਨੇ ਅੱਜ ਸਵੇਰੇ ਵੀ ਯੂਕਰੇਨ ਦੇ ਜਿਹੜਾ ਇੱਥੇ ਐਂਬੈਸਡਰ ਬੈਠੇ ਉਹਨਾਂ ਨੂੰ ਬੁਲਾਇਆ, ਰਸ਼ੀਆ ਦੇ ਜਿਹੜੇ ਐਂਬੈਸਡਰ ਬੈਠੇ ਉਹਨਾਂ ਨੂੰ ਬੁਲਾਇਆ ਸੀ ਕਿ ਤੁਸੀਂ ਸਾਡੇ ਜਿਹੜੀ ਸਿਟੀਜ਼ਨ ਆ ਉਹਨਾਂ ਨੂੰ ਕਿਸੇ ਤਰ੍ਹਾਂ ਉੱਥੋਂ ਏਅਰ ਲਿਫਟ ਕਰਨ ਦਾ ਸਿਸਟਮ ਬਣਾਓ ਤੁਹਾਡਾ ਜਿਹੜਾ। ਬਾਕੀ ਤੁਸੀਂ ਇਹਦਾ ਦੇਖੋ, ਮੋਦੀ ਸਾਹਿਬ ਹੋਏ ਜਾਂ ਬਾਕੀ ਆਪਣੇ ਫੋਰਨ ਮਿਨਿਸਟਰ ਹੈਗੇ ਆ, ਉਹ ਸਾਰੇ ਲੱਗੇ ਹੋਏ ਆ ਨਾ ਕੰਮਾਂ ਵਿੱਚ। ਪਰ ਇਹ ਆ ਵੀ ਟਰੇਡ ਵਾਸਤੇ, ਇੰਡਸਟਰੀ ਵਾਸਤੇ ਇਹ ਬਹੁਤ ਮਾੜਾ ਸਮਾਂ ਆ। ਇਹਦੇ ਨਾਲ ਇੰਡਸਟਰੀ ਬਹੁਤ ਬੁਰੀ ਹਾਲਤ 'ਚ ਆਏਗੀ। ਆਪਣੇ ਸਾਈਕਲ ਦਾ ਕਾਫੀ ਘੱਟ ਆ, ਪਰ ਆਪਣੇ ਆਟੋ ਪਾਰਟਸ ਅਤੇ ਦੂਸਰੇ ਜਿਹੜੇ ਪਾਰਟਸ ਨੇ, ਜਾਂ ਹੌਜ਼ਰੀ ਆ ਜਾਂ ਹੈਂਡ ਟੂਲ ਆ ਜਾਂ ਬਾਕੀ ਮਸ਼ੀਨ ਟੂਲ ਹੈ, ਇਹਨਾਂ ਦਾ ਕਾਫੀ। ਅਤੇ ਸਭ ਤੋਂ ਜ਼ਿਆਦਾ ਜਿਹੜਾ ਮਿਨਰਲਸ ਦਾ ਜ਼ਿਆਦਾ ਕੰਮ ਹੋ ਰਿਹਾ, ਜਿਹੜਾ ਮਿਨਰਲਸ ਬਹੁਤ, ਜਿੱਦਾਂ ਨਿਕਲ ਵਗੈਰਾ, ਲੋੜ ਵਗੈਰਾ ਜਿਹੜੀਆਂ ਚੀਜ਼ਾਂ ਨੇ, ਜਾਂ ਹੋਰ ਸੋਨਾ ਦਾ, ਇਹ ਬਹੁਤ ਚੀਜ਼ਾਂ ਉੱਥੋਂ ਜਿਹੜੀਆਂ ਆਉਂਦੀਆਂ ਉਹਨਾਂ ਕੋਲ, ਕਿਉਂਕਿ ਉਹ ਕੰਟਰੀਜ਼ ਇਸ ਕੰਮ ਵਾਸਤੇ ਕਾਫੀ ਰਿਚ ਨੇ। ਜਿੱਦਾਂ